ਅਸੀਂ 26 ਤਰੀਕ ਤੱਕ ਉਹਨਾਂ ਨੂੰ ਮੌਕਾ ਦਿੱਤਾ ਕਿ 26 ਤਰੀਕ ਤੱਕ ਰਿਹਾਈ ਕਰ ਦੇਣ, ਕਿਉਂਕਿ ਰਿਹਾਈ 1 ਮਿੰਟ ਦਾ ਕੰਮ ਆ। ਅੜਚਣ ਨਾ ਹੁਣ ਕੋਈ ਸੰਵਿਧਾਨਕ ਅੜਚਣ ਆ ਨਾ ਕਾਨੂੰਨੀ ਅੜਚਣ ਆ। ਕੀ ਕਾਰਨ ਆ ਕਿ ਤੁਸੀਂ ਕਿਉਂ ਡਿਲੇ ਕਰ ਰਹੇ ਜੇ? ਫਾਈਲ ਕਿੱਥੇ ਆ? ਕੋਈ ਕਹਿ ਰਿਹਾ ਸਾਨੂੰ ਵੀ ਕੇਜਰੀਵਾਲ ਦੇ ਘਰ ਪਈ ਆ, ਕੋਈ ਕਹਿ ਰਿਹਾ ਜੀ ਲੈਫਟੀਨੈਂਟ ਗਵਰਨਰ ਦੇ ਕੋਲ ਪਹੁੰਚ ਦਿੱਤੀ ਹੈ, ਜਿਵੇਂ ਭਗਵੰਤ ਮਾਨ ਨੇ ਪਰਸੋਂ ਇੱਕ ਪ੍ਰੈਸ ਰਿਪੋਰਟਰ ਦੇ ਸਵਾਲ ਦਾ ਜਵਾਬ ਦਿੱਤਾ ਸੀ ਕਿ ਸਿੱਖ ਘੱਟ ਗਿਣਤੀ 'ਚ ਆ, ਸਿੱਖਾਂ ਨੂੰ ਹਿੰਦੂ ਸਟੇਟ ਦੇ ਦੁਸ਼ਮਣ ਡਿਕਲੇਅਰ ਕੀਤਾ ਵਾ। ਇਹ ਕਰਕੇ ਸਿੱਖਾਂ ਦੇ ਵਿਰੁੱਧ ਜਿਹੜਾ ਕਾਨੂੰਨ ਦੀ ਵਰਤੋਂ ਹੋਰ ਤਰੀਕੇ ਨਾਲ ਕੀਤੀ ਜਾ ਰਹੀ ਆ ਤੇ ਦੂਜਿਆਂ ਵਾਸਤੇ ਹੋਰ ਤਰੀਕੇ ਨਾਲ ਕੀਤੀ ਜਾ ਰਹੀ ਆ। ਕੋਈ ਕਹਿ ਰਿਹਾ ਸਾਨੂੰ ਜ਼ੁਬਾਨੀ ਤੌਰ ਤੇ ਕੇਜਰੀਵਾਲ ਦੇ ਘਰ ਪਈ ਆ, ਕੋਈ ਕਹਿੰਦਾ ਕਿ ਲੈਫਟੀਨੈਂਟ ਗਵਰਨਰ ਦੇ ਕੋਲ ਭੇਜ ਦਿੱਤੀ ਆ। ਜੇ ਭੇਜ ਦਿੱਤੀ ਆ ਤੇ ਉਹਦੇ ਕੋਲ ਤੇ ਉਦੋਂ ਹੀ ਭੇਜੀ ਜਾਂਦੀ ਆ ਕਿ ਜਦੋਂ ਇਹਨਾਂ ਨੇ ਸਿਫਾਰਿਸ਼ ਕਰ ਦਿੱਤੀ ਆ ਉਹਦੀ ਰਿਹਾਈ, ਤੇ ਫਿਰ ਅੱਗੇ ਜਿਹੜੀ ਉਹਨੇ ਤੁਰੰਤ ਰਿਹਾਈ ਉਹਨੂੰ ਕਰ ਦੇਣੀ ਚਾਹੀਦੀ। ਉਹਦੇ 'ਚ ਕੀ ਅੜਚਣ ਹੈ? ਉਹਨੇ ਤੇ ਸਾਈਨ ਨਹੀਂ ਕਰਨੇ ਆ। ਵਿਧਾਨ ਸਭਾ ਚੋਣਾਂ 2022 ਦਾ ਸਮਾਂ ਚਾਹੇ ਨਜ਼ਦੀਕ ਆ ਤਾਂ ਇੱਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਗਾਤਾਰ ਹੀ ਭਖਦਾ ਜਾ ਰਿਹਾ ਹੈ। ਦੂਸਰੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਕੀਤੇ ਜਾ ਰਹੇ ਆ। ਇਸ ਦੇ ਚੱਲਦੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਰਿਹਾਈ ਲਗਭਗ ਤੈਅ ਹੈ, ਲੇਕਿਨ ਉਸ ਵਿੱਚ ਅੜਿੱਕਾ ਬਣੀ ਹੈ ਕਹਿੰਦੇ ਦਿੱਲੀ ਸਰਕਾਰ। ਗੱਲਬਾਤ ਕਰਦੇ ਨਰੈਣ ਸਿੰਘ ਚੋੜਾ ਸਾਡੇ ਨਾਲ ਮੌਜੂਦ ਹੈ, ਪ੍ਰੈਸ ਵਾਰਤਾ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਆ ਦਿੱਲੀ ਸਰਕਾਰ ਅੜਿੱਕਾ ਬਣੀ ਹੈ। ਭਗਵੰਤ ਮਾਨ ਦਾ ਕੱਲ ਬਿਆਨ ਆਇਆ ਸੀ ਕਿ ਉਹਨਾਂ ਨੇ ਫਾਈਲ ਅੱਗੇ ਭੇਜਤੀ, LG ਕੋ ਚਲ ਗਈ ਹੈ। ਕੀ ਕਹਿਣਾ ਇਸ ਬਾਰੇ? ਦੇਖੋ ਜੀ, ਉਹਦਾ ਬਿਆਨ ਅਧਿਕਾਰ ਤੌਰ ਤੇ ਨਹੀਂ ਆ। ਸਾਨੂੰ ਜਿਹੜਾ ਸਾਡਾ ਐਡਵੋਕੇਟ ਆ ਜਸਪਾਲ ਸਿੰਘ ਮੰਝਪੁਰ, ਉਹਨੇ ਇੱਕ ਈਮੇਲ ਕਰਕੇ ਇਨਫੋਰਮੇਸ਼ਨ ਮੰਗੀ ਸੀ ਤੇ ਉਹਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਅਜੇ ਪ੍ਰਕਿਰਿਆ ਚੱਲ ਰਹੀ ਆ ਤੇ ਅੱਗੇ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ। 1 ਮਹੀਨੇ ਤੋਂ ਬਾਅਦ ਉਹਨੂੰ ਕੋਈ ਇਨਫੋਰਮੇਸ਼ਨ ਹੀ ਨਹੀਂ ਦਿੱਤੀ। ਅਸੀਂ ਅਧਿਕਾਰ ਤੌਰ ਦੇ ਉੱਤੇ ਮੰਗਨੇ ਆ ਕਿ ਸਾਨੂੰ ਦੱਸਣ ਕਿ ਫਾਈਲ ਕਿੱਥੇ ਆ, ਇਹ ਸੱਚ ਆ ਜਾਂ ਝੂਠ ਆ। ਨਾਲ ਅਸੀਂ ਇਹਨਾਂ ਕੋਲੋਂ ਇਹ ਸਪਸ਼ਟੀਕਰਨ ਮੰਗਨੇ ਆ ਕਿ ਤੁਹਾਡਾ ਅਧਿਕਾਰ ਖੇਤਰ ਹੀ ਨਹੀਂ। ਜਦੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਪੈਂਡਿੰਗ ਸੀ, ਸਟੇਟਸ ਕੋ ਕੀਤਾ ਸੀ ਬਿੱਟੇ ਦੀ ਰਿਟ ਉੱਤੇ ਸੁਪਰੀਮ ਕੋਰਟ ਨੇ, ਤੁਸੀਂ 3 ਵਾਰ ਜਿਹੜਾ ਤੁਹਾਡੀ ਰਿਵਿਊ ਕਮੇਟੀ ਨੇ 3 ਵਾਰ 6-6 ਮਹੀਨੇ ਬਾਅਦ ਪ੍ਰੋਫੈਸਰ ਸਾਹਿਬ ਦਾ ਨਕਸ਼ਾ ਰਿਜੈਕਟ ਕਿਵੇਂ ਕੀਤਾ, ਕਿਸ ਕਾਨੂੰਨ ਦੇ ਤਹਿਤ ਕੀਤਾ? ਇੱਕ ਉਹ ਦਿਓ। ਦੂਜਾ ਦੱਸੋ ਕਿ ਫਾਈਲ ਹੁਣ ਹੈ ਕਿੱਥੇ ਆ? ਕੋਈ ਕਹਿ ਰਿਹਾ ਸਾਨੂੰ ਜ਼ੁਬਾਨੀ ਤੌਰ ਤੇ ਕੇਜਰੀਵਾਲ ਦੇ ਘਰ ਪਈ ਆ, ਕੋਈ ਕਹਿੰਦਾ ਕਿ ਲੈਫਟੀਨੈਂਟ ਗਵਰਨਰ ਦੇ ਕੋਲ ਭੇਜ ਦਿੱਤੀ ਆ। ਜੇ ਭੇਜ ਦਿੱਤੀ ਆ ਤੇ ਉਹਦੇ ਕੋਲ ਤੇ ਉਦੋਂ ਹੀ ਭੇਜੀ ਜਾਂਦੀ ਆ ਕਿ ਜਦੋਂ ਇਹਨਾਂ ਨੇ ਸਿਫਾਰਿਸ਼ ਕਰ ਦਿੱਤੀ ਆ ਉਹਦੀ ਰਿਹਾਈ, ਤੇ ਫਿਰ ਅੱਗੇ ਜਿਹੜੀ ਉਹਨੇ ਤੁਰੰਤ ਰਿਹਾਈ ਉਹਨੂੰ ਕਰ ਦੇਣੀ ਚਾਹੀਦੀ। ਉਹਦੇ 'ਚ ਕੀ ਅੜਚਣ ਹੈ? ਉਹਨੇ ਤੇ ਸਾਈਨ ਨਹੀਂ ਕਰਨੇ ਆ। ਇਹ ਚੱਕਰ ਆ। ਕੀ ਲੱਗਦਾ ਕਿਉਂ ਨਹੀਂ ਅਰਵਿੰਦ ਕੇਜਰੀਵਾਲ ਸਾਈਨ ਕਰ ਪਾ ਰਿਹਾ? ਜਿਹਨੇ 3 ਵਾਰ ਆਪਣੇ ਅਧਿਕਾਰ ਦੇ ਵਿਰੁੱਧ ਜਾ ਕੇ ਇੱਕ ਡਿਫਾਲਟ ਕੀਤਾ, ਇੱਕ ਬਹੁਤ ਬੱਜਰ ਗਲਤੀ ਕੀਤੀ। 3 ਵਾਰ ਨਕਸ਼ਾ ਕਹਿੰਦਾ, ਉਹਦੀ ਨੀਅਤ ਤੋਂ ਸਾਨੂੰ ਸਪਸ਼ਟ ਆ ਕਿ ਉਹ ਸਿੱਖਾਂ ਨਾਲ ਈਰਖਾ, ਦਵੈਸ਼, ਵੈਰ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਦੇਸ਼ ਭਗਤੀ ਦੇ ਜਨੂੰਨ ਤਹਿਤ, ਤੇ ਉਹ ਸਮਝਦਾ ਕਿ ਸਿੱਖ ਟੈਰੋਰਿਸਟ ਨੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅੱਤਵਾਦੀ ਆ ਤੇ ਇਹਦੀ ਰਿਹਾਈ ਨਾਲ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਨੂੰ ਖਤਰਾ ਵਾ। ਤੇ ਮੇਰੀਆਂ ਵੋਟਾਂ ਦੇ ਉੱਤੇ ਜਿਹੜੇ ਮੇਰੇ ਉਹ ਵੋਟਰ ਨੇ ਜਿਹੜੇ ਸਿੱਖਾਂ ਦੇ ਨਾਲ ਵੈਰ ਭਾਵਨਾ, ਈਰਖਾ, ਦਵੈਸ਼ ਰੱਖਦੇ ਨੇ, ਉਹ ਨਾਰਾਜ਼ ਨਾ ਹੋ ਜਾਣ। ਇਹ ਸਾਨੂੰ ਤੇ ਇਹ ਦਿਖਾਈ ਦਿੰਦਾ ਵਾ। ਲੇਕਿਨ ਕੀ ਮਨਸ਼ਾ ਕੀ ਸਮਝਦੇ? ਇੱਕ ਪਾਸੇ ਤਾਂ ਕੇਂਦਰ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਐਲਾਨ ਕਰ ਦਿੰਦੀ ਕਿ ਬੰਦੀ ਸਿੰਘਾਂ ਦੀ ਰਿਹਾਈ ਤੈਅ ਹੈ। ਦੂਸਰੇ ਪਾਸੇ ਹਜੇ ਤੱਕ ਬਾਕੀ ਬੰਦੀ ਸਿੰਘਾਂ ਦੀ ਵੀ ਰਿਹਾਈ ਨਹੀਂ ਕਰ ਰਹੇ। ਪ੍ਰੋਫੈਸਰ ਸਾਹਿਬ ਦੀ ਤਾਂ ਲਗਭਗ ਤੈਅ ਆ, ਉਹ ਇੱਕ ਹਸਤਾਖਰ ਜਿਹੜੇ ਸਿਗਨੇਚਰ ਕੇਜਰੀਵਾਲ ਦੇ ਅੜਿੱਕਾ ਬਣੇ ਆ। ਕਿ ਮਨਸ਼ਾ ਕੀ ਲੱਗਦੀਆਂ ਸਰਕਾਰਾਂ ਦੀਆਂ? ਮਨਸ਼ਾ ਤੇ ਇਹ ਹੀ ਆ ਕਿ ਸਿੱਖ ਘੱਟ ਗਿਣਤੀ 'ਚ ਆ, ਸਿੱਖਾਂ ਨੂੰ ਹਿੰਦੂ ਸਟੇਟ ਦੇ ਦੁਸ਼ਮਣ ਡਿਕਲੇਅਰ ਕੀਤਾ ਵਾ। ਜਿਹੜੀ ਮਰਜ਼ੀ ਸਰਕਾਰ ਆ ਜਾਏ ਸੈਂਟਰ ਦੇ ਵਿੱਚ, ਚਾਹੇ ਸਟੇਟ ਦੇ ਵਿੱਚ, ਸੈਂਟਰ ਸਰਕਾਰ ਨੇ ਜਿਹੜੀ ਆ ਪਾਲਿਸੀ ਜੋ ਸਿੱਖਾਂ ਪ੍ਰਤੀ ਬਣਾਉਣੀ ਆ, ਸਟੇਟ ਸਰਕਾਰਾਂ ਨੇ ਵੀ ਉਹੋ ਹੀ ਸਿੱਖਾਂ ਪ੍ਰਤੀ, ਉਹਨਾਂ ਦੀ ਵੀ ਨੀਤੀ ਉਹੋ ਹੀ ਹੋਣੀ ਆ। ਇਹ ਕਰਕੇ ਸਿੱਖਾਂ ਦੇ ਵਿਰੁੱਧ ਜਿਹੜਾ ਕਾਨੂੰਨ ਦੀ ਵਰਤੋਂ ਹੋਰ ਤਰੀਕੇ ਨਾਲ ਕੀਤੀ ਜਾ ਰਹੀ ਆ ਤੇ ਦੂਜਿਆਂ ਵਾਸਤੇ ਹੋਰ ਤਰੀਕੇ ਨਾਲ ਕੀਤੀ ਜਾ ਰਹੀ ਆ। ਹੁਣ ਅੱਗੋਂ ਤੁਹਾਡਾ ਸਟੈਪ ਕੀ? ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ, ਆਪ ਦਾ ਕੀ ਵਿਰੋਧ ਕਰੋਗੇ ਜਾਂ ਆਪ ਨਾਲ ਬਹਿ ਕੇ ਗੱਲਬਾਤ ਕਰਨ ਲਈ ਕੋਈ ਮੰਗ ਕਰੋਗੇ? ਵੇਖੋ, ਅਸੀਂ 26 ਤਰੀਕ ਤੱਕ ਉਹਨਾਂ ਨੂੰ ਮੌਕਾ ਦਿੱਤਾ ਕਿ 26 ਤਰੀਕ ਤੱਕ ਰਿਹਾਈ ਕਰ ਦੇਣ, ਕਿਉਂਕਿ ਰਿਹਾਈ 1 ਮਿੰਟ ਦਾ ਕੰਮ ਆ। ਅੜਚਣ ਨਾ ਹੁਣ ਕੋਈ ਸੰਵਿਧਾਨਕ ਅੜਚਣ ਆ ਨਾ ਕਾਨੂੰਨੀ ਅੜਚਣ ਆ। 161 ਆਰਟੀਕਲ ਦੇ ਤਹਿਤ ਤੁਰੰਤ ਕੇਜਰੀਵਾਲ ਸਰਕਾਰ ਰਿਹਾਈ ਕਰ ਸਕਦੀ ਆ। ਹੁਣ ਉਹਨੂੰ ਰਿਵਿਊ ਕਮੇਟੀ ਦੇ ਵਿੱਚ 6 ਮਹੀਨੇ ਦੀ ਉਡੀਕ ਨਹੀਂ ਕਰਨੀ ਪੈਣੀ ਵੀ ਇੱਕ ਵਾਰੀ ਨਕਸ਼ਾ ਰਿਜੈਕਟ ਕਰਤਾ ਤੇ 6 ਮਹੀਨੇ ਬਾਅਦ ਫਿਰ ਸੁਣਵਾਈ ਕਰਨੀ ਆ।
ਉਹ 161 ਆਰਟੀਕਲ ਦੇ ਤਹਿਤ ਕਰ ਸਕਦੀ ਆ। ਦੂਜੇ ਪਾਸੇ ਕੇਂਦਰ ਸਰਕਾਰ ਜਿਹਨੇ ਅਨਾਉਂਸ ਇੱਕ ਨੋਟੀਫਿਕੇਸ਼ਨ ਹੀ ਜਾਰੀ ਕਰਤਾ, ਉਸ ਨੋਟੀਫਿਕੇਸ਼ਨ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਸ਼ਾਮਲ ਸੀ। ਤੇ ਜਦੋਂ ਹੁਣ ਕੇਜਰੀਵਾਲ ਸਰਕਾਰ ਡਿਲੇ ਕਰ ਰਹੀ ਆ ਤੇ ਉਹ ਆਰਟੀਕਲ 72 ਦੇ ਤਹਿਤ ਕੇਜਰੀਵਾਲ ਸਰਕਾਰ ਨੂੰ ਬਾਈਪਾਸ ਕਰਕੇ ਤੁਰੰਤ ਉਹਦੀ ਰਿਹਾਈ ਕਰ ਸਕਦੀ, ਉਹ ਖੁਦ ਰਿਹਾ ਕਰੇ। ਪਿਛਲੇ ਦਿਨੀ ਕੁਝ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਅਗਰ ਕੇਜਰੀਵਾਲ ਰਿਹਾਈ ਨਹੀਂ ਕਰਦਾ ਤੇ ਆਉਣ ਵਾਲੇ ਦਿਨਾਂ 'ਚ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਖਾਸ ਕਰਕੇ ਸਿੱਖ ਚਿਹਰੇ ਉਹਨਾਂ ਕੋਲ ਇਸ ਦਾ ਜਵਾਬ ਮੰਗਣਗੇ। ਤੁਹਾਡੀ ਕੀ ਅੱਗੋਂ ਦੀ ਰਣਨੀਤੀ? ਅਸੀਂ ਇਸੇ ਕਰਕੇ ਤੇ 26 ਜਨਵਰੀ ਤੋਂ ਬਾਅਦ ਅਸੀਂ ਉਹਨਾਂ ਦਾ ਘਰਾਓ ਕਰਨ ਦਾ, ਉੱਥੇ ਪ੍ਰਦਰਸ਼ਨ ਕਰਨ ਦਾ, ਧਰਨੇ ਦੇਣ ਦਾ ਪ੍ਰੋਗਰਾਮ ਦਿੱਤਾ ਵਾ ਪੂਰੇ ਸਿੱਖ ਜਗਤ ਨੂੰ ਹੀ। ਇਹ ਸਾਡਾ ਹੀ ਆ, ਤਿੰਨਾਂ ਚੌਂ ਜਾਣਿਆਂ ਦਾ ਨਹੀਂ, ਅਸੀਂ ਪੂਰੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਤੇ ਪੂਰੇ ਸਿੱਖ ਜਗਤ ਦਾ ਉਹ ਪ੍ਰੋਗਰਾਮ ਆ। ਮਨੁੱਖੀ ਅਧਿਕਾਰਾਂ ਦੇ ਲੰਬਰਦਾਰਾਂ ਦਾ, ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਦਾ ਔਰ ਇਨਸਾਨੀਅਤ ਦਾ ਦਰਦ ਰੱਖਣ ਵਾਲੇ ਹਰ ਇਨਸਾਨ ਦਾ ਇਹ ਫਰਜ਼ ਬਣਦਾ ਕਿ ਇਨਸਾਨੀਅਤ ਹੱਕਾਂ ਦੀ ਜਿੱਥੇ ਉਲੰਘਣਾ ਹੋ ਰਹੀ ਆ ਉੱਥੇ ਉਹ ਆਪਣਾ ਰੋਲ ਅਦਾ ਕਰਨ ਤੇ ਇਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ। ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਅਨਾਉਂਸ ਕਰ ਰਹੀ ਹੈ। ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਪ੍ਰੋਫੈਸਰ ਸਾਹਿਬ ਦੀ ਰਿਹਾਈ ਨੂੰ ਲੈ ਕੇ? ਵੇਖੋ ਜੀ, ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਦਾ ਪੋਲੀਟੀਕਲ ਮੋਟਿਵ ਕੋਈ ਨਹੀਂ ਆ। ਅਸੀਂ ਤੇ ਉਹਦੇ ਹਰ ਕੈਂਡੀਡੇਟ ਨੂੰ ਕਹਿੰਦੇ ਆ ਭਗਵੰਤ ਮਾਨ ਤੇ ਚਿਹਰਾ ਵਾ। ਅਸੀਂ ਕਹਿੰਦੇ ਕਿ ਅਸੀਂ ਮੰਗ ਕਰਦੇ ਉਹਨਾਂ ਦੀ ਪਾਰਟੀ ਤੋਂ, ਅਸੀਂ ਤੇ ਉਹਨਾਂ ਦੀ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਤੁਰੰਤ ਰਿਹਾਈ ਕਰਨ ਤੇ ਦੱਸਣ ਸਾਨੂੰ 4-5 ਨੁਕਤੇ ਜਿਹੜੇ ਆ ਸਪਸ਼ਟੀਕਰਨ ਦੇਣ ਕਿ ਕੀ ਅੜਚਣ ਆ। ਭਾਈ ਜਦੋਂ 9 ਦਸੰਬਰ ਨੂੰ ਜਿਹੜਾ ਵਾ ਰਿਟ ਖਾਰਜ ਕਰਤੀ ਸੁਪਰੀਮ ਕੋਰਟ ਨੇ ਬਿੱਟੇ ਦੀ, ਕਾਨੂੰਨੀ ਅੜਚਣ ਸੰਵਿਧਾਨਕ ਅੜਚਣ ਮੁੱਕ ਗਈ, ਫਿਰ ਜੇਲ੍ਹ ਅਥਾਰਟੀ ਨੇ ਰਿਪੋਰਟ ਭੇਜ ਦਿੱਤੀ, ਸੋਸ਼ਲ ਰਿਪੋਰਟ ਪਹੁੰਚ ਗਈ, ਪੁਲਿਸ ਰਿਪੋਰਟ ਪਹੁੰਚ ਗਈ, ਮੈਡੀਕਲ ਰਿਪੋਰਟ ਪਹੁੰਚ ਗਈ ਕੇਜਰੀਵਾਲ ਸਰਕਾਰ ਦੇ ਕੋਲ। ਕੇਜਰੀਵਾਲ ਸਰਕਾਰ ਨੇ ਆਪ ਜੇਲ੍ਹ ਦੇ ਕੋਲੋਂ ਮੰਗੀ, ਉਹਨਾਂ ਨੇ ਜੋ ਮੰਗਿਆ ਕਿ ਜੇਲ੍ਹ ਅਥਾਰਟੀ ਨੇ ਦੇ ਦਿੱਤਾ ਉੱਥੇ। ਤੇ ਫਿਰ ਅੱਗੇ ਡਿਲੇ ਕੀ ਆ ਉਹ ਸਾਨੂੰ ਸਪਸ਼ਟੀਕਰਨ ਦੇਣ, ਨਾਲ ਇਹ ਸਪਸ਼ਟੀਕਰਨ ਦੇਣ ਕਿ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਕੇ 3 ਵਾਰੀ ਸਪੈਸ਼ਲ ਤੌਰ ਦੇ ਉੱਤੇ ਉਹਦਾ ਨਕਸ਼ਾ 6-6 ਮਹੀਨੇ ਬਾਅਦ ਰਿਜੈਕਟ ਕਿਵੇਂ ਕੀਤਾ, ਕਿਉਂਕਿ ਤੁਹਾਡਾ ਅਧਿਕਾਰ ਖੇਤਰ ਹੀ ਨਹੀਂ ਸੀ। ਦੂਜਾ ਇਹ ਦੱਸਣ ਕਿ ਹੁਣ ਤੁਹਾਡਾ ਕੀ ਕਾਰਨ ਆ ਕਿ ਤੁਸੀਂ ਕਿਉਂ ਡਿਲੇ ਕਰ ਰਹੇ ਜੇ, ਫਾਈਲ ਕਿੱਥੇ ਆ। ਕੋਈ ਕਹਿ ਰਿਹਾ ਸਾਨੂੰ ਵੀ ਕੇਜਰੀਵਾਲ ਦੇ ਘਰ ਪਈ ਆ, ਕੋਈ ਕਹਿ ਰਿਹਾ ਜੀ ਲੈਫਟੀਨੈਂਟ ਗਵਰਨਰ ਦੇ ਕੋਲ ਪਹੁੰਚ ਦਿੱਤੀ ਹੈ, ਜਿਵੇਂ ਭਗਵੰਤ ਮਾਨ ਨੇ ਪਰਸੋਂ ਇੱਕ ਪ੍ਰੈਸ ਰਿਪੋਰਟਰ ਦੇ ਸਵਾਲ ਦਾ ਜਵਾਬ ਦਿੱਤਾ ਸੀ। ਪਰ ਉਹ ਇੱਕ ਜ਼ਬਾਨੀ ਆ, ਉਹਦੇ ਉੱਤੇ ਕੋਈ ਨਹੀਂ, ਜਿੰਨਾ ਚਿਰ ਸਾਨੂੰ ਲਿਖਤੀ ਨਹੀਂ ਆਉਂਦਾ। ਸਾਡੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇੱਕ ਈਮੇਲ ਕਰਕੇ ਤੇ ਸਾਰੀ ਡਿਟੇਲ ਮੰਗੀ ਸੀ। 9 ਦਸੰਬਰ 2021 ਨੂੰ ਸੁਪਰੀਮ ਕੋਰਟ ਨੇ ਬਿੱਟੇ ਦੀ ਰਿਟ ਖਾਰਜ ਕਰਤੀ। ਉਸ ਤੋਂ ਬਾਅਦ ਇਹ ਸਾਰੀਆਂ ਪੰਥਕ ਜਥੇਬੰਦੀਆਂ, ਮਨੁੱਖੀ ਅਧਿਕਾਰਾਂ ਦੇ ਲੰਬੜਦਾਰ ਤੇ ਇਨਸਾਨੀਅਤ ਦਾ ਦਰਦ ਰੱਖਣ ਵਾਲੇ ਆਵਾਜ਼ ਉਠਾ ਰਹੇ ਆ ਕਿ ਰਿਹਾਈ ਤੁਰੰਤ ਕਰੋ। ਫਿਰ ਮਤਲਬ ਕਿ ਉਮੀਦਵਾਰਾਂ ਨੂੰ ਘੇਰਿਆ ਜਾਏਗਾ? ਹਾਂਜੀ, 26 ਜਨਵਰੀ ਤੱਕ ਅਸੀਂ ਦਿੱਤਾ ਵਾ ਕਿ ਉਦੋਂ ਤੱਕ ਰਿਹਾਈ ਕਰਾ ਦਿਓ। ਜੇ ਨਹੀਂ ਕਰਾਉਂਦੇ ਤੇ ਅਸੀਂ ਉਹਨਾਂ ਦਾ ਘਰਾਓ ਕਰਕੇ, ਪ੍ਰਦਰਸ਼ਨ ਕਰਕੇ ਉਹਨਾਂ ਅੱਗੇ ਤੇ ਅਸੀਂ ਉਹਨਾਂ ਤੇ ਦਬਾਅ ਬਣਾਵਾਂਗੇ ਕਿ ਉਹ ਆਪਣੀ ਸਰਕਾਰ ਦੇ ਉੱਤੇ ਜਿਹੜਾ ਵਾ ਆਪਣਾ ਅਸਰ ਸੂਕ ਵਰਤਣ, ਦਬਾਅ ਪਾਉਣ ਕਿ ਤੁਰੰਤ ਰਿਹਾਈ ਹੋਵੇ। ਬਿਲਕੁਲ, ਤਾਂ ਇਹ ਸੀ ਨਰੈਣ ਸਿੰਘ ਚੋੜਾ, ਜਿਨ੍ਹਾਂ ਦਾ ਕਹਿਣਾ ਇਹ ਹੈ ਕਿ ਹੁਣ 26 ਜਨਵਰੀ ਤੱਕ ਦਾ ਟਾਈਮ ਜਿਹੜਾ ਹੈ ਦਿੱਲੀ ਸਰਕਾਰ ਨੂੰ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਕਿ 26 ਜਨਵਰੀ ਤੱਕ ਜਿਹੜਾ ਹੈ ਇਹ ਇੰਤਜ਼ਾਰ ਕਰਨਗੇ ਕਿ 26 ਜਨਵਰੀ ਤੱਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਰਿਹਾਈ ਕਰ ਦਿੱਤੀ ਜਾਵੇ। ਅਗਰ ਨਹੀਂ ਕੀਤੀ ਜਾਂਦੀ ਤਾਂ ਚੋਣਾਂ ਦੇ ਚੱਲਦੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਿੱਖ ਚਿਹਰੇ ਉਮੀਦਵਾਰ ਹੋਣਗੇ ਉਹਨਾਂ ਦਾ ਘਰਾਓ ਸਿੱਖ ਜਥੇਬੰਦੀਆਂ ਕਰਨਗੀਆਂ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਰਿਹਾਈ ਦੀ ਮੰਗ ਕਰਨਗੀਆਂ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ 26 ਜਨਵਰੀ ਤੱਕ ਦਿੱਲੀ ਸਰਕਾਰ ਰਿਹਾਈ ਕਰਦੀ ਹੈ ਜਾਂ ਸਿੱਖ ਜਥੇਬੰਦੀਆਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਣਗੇ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ, ਸੁਰਖਾਬ ਟੀਵੀ, ਅੰਮ੍ਰਿਤਸਰ।